TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਬੇਅਦਬੀ ਕਾਂਡ ਬਾਰੇ ਸਿੱਟ ਦੀ ਰਿਪੋਰਟ ਜਨਤਕ। ਜਾਂਚ ਰਿਪੋਰਟ ਵਿੱਚ ਗੁਰਮੀਤ ਰਾਮ ਰਹੀਮ ਤੋਂ ਪੁੱਛੇ ਸੈਂਕੜੇ ਸਵਾਲਾਂ ਦਾ ਵੇਰਵਾ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਆਗੂਆਂ ਨੂੰ ਮੁਆਫੀ ਮੰਗਣ ਲਈ ਆਖਿਆ। ਬੇਅਦਬੀ ਦੀ ਸਾਜ਼ਿਸ਼ ਦਾ ਜਾਂਚ ਰਿਪੋਰਟ ਵਿੱਚ ਵੱਡਾ ਖੁਲਾਸਾ। ਪੰਜਾਬ ਦਾ ਇੱਕ ਅਧਿਕਾਰੀ ਇੱਕੋ ਸਮੇਂ ਚਲਾਉਂਦਾ 2 ਗੱਡੀਆਂ, ਜਾਂਚ ਰਿਪੋਰਟ ਵਿੱਚ ਵੱਡੇ ਖੁਲਾਸੇ। ਜ਼ਮਾਨਤ ਮਿਲਣ ਦੇ ਬਾਵਜੂਦ ਵੀ ਹਨੀ ਨੂੰ ਨਹੀਂ ਮਿਲਿਆ ਕੋਈ ਜ਼ਮਾਨਤੀ, ਰਹਿਣਾ ਪਵੇਗਾ ਜੇਲ੍ਹ ਵਿੱਚ। ਅਤੇ ਮੂੰਗੀ ਕਾਸ਼ਤਕਾਰਾਂ ਲਈ ਮੁੱਖ ਮੰਤਰੀ ਦਾ ਅਹਿਮ ਐਲਾਨ। ਇਹ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾ ਸਕੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਅੱਜ ਸੱਚਮੁੱਚ ਜਿਹੜੀ ਬੇਅਦਬੀ ਰਿਪੋਰਟ ਜਨਤਕ ਹੋਈ ਹੈ, ਜਾਂਚ ਰਿਪੋਰਟ ਜਿਹੜੀ ਜਨਤਕ ਹੋਈ ਹੈ, ਭਾਵੇਂ ਇਹ ਸਾਰਾ ਪ੍ਰੋਗਰਾਮ ਉਹਦੇ ਉੱਤੇ ਕਰ ਦਿੱਤਾ ਜਾਵੇ, ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਕੁਝ ਕੁ ਹੋਰ ਜਾਣਕਾਰੀਆਂ ਵੀ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣ। ਤੁਸੀਂ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਹੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਕਰੀਬਨ 7 ਸਾਲਾਂ ਤੋਂ ਲਗਾਤਾਰ ਇਸ ਬੇਅਦਬੀ ਕਾਂਡ ਦਾ ਜ਼ਿਕਰ ਵੀ ਹੁੰਦਾ ਰਿਹਾ। ਇਹਨੂੰ ਆਧਾਰ ਬਣਾ ਕੇ ਚੋਣਾਂ ਵੀ ਲੜੀਆਂ ਜਾਂਦੀਆਂ ਰਹੀਆਂ ਨੇ ਤੇ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ। ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਇੱਕ ਸਿੱਟ ਵੱਲੋਂ ਆਪਣੀ ਅੰਤਿਮ ਰਿਪੋਰਟ ਸੌਂਪੀ ਗਈ ਹੈ ਤੇ ਜਾਂਚ ਟੀਮ ਨੇ ਲੰਬੇ ਸਮੇਂ ਤੱਕ ਜਾਂਚ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਯੋਜਨਾਬੱਧ ਕੀਤਾ ਗਿਆ ਸੀ। ਡੇਰਾ ਅਤੇ ਡੇਰੇ ਨਾਲ ਜੁੜੇ ਲੋਕਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਹਨਾਂ ਘਟਨਾਵਾਂ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਦਰਅਸਲ ਅਪਮਾਨ ਦਾ ਬਦਲਾ ਲੈਣ ਲਈ ਇਹ ਚੁਣਿਆ ਸੀ, ਇਹਨੂੰ ਅੰਜਾਮ ਦਿਵਾਇਆ ਸੀ। ਉਹਦੇ ਵਿੱਚ ਗੁਰਮੀਤ ਦੀ ਇੱਕ ਫਿਲਮ ਜਿਸ ਨੂੰ ਰਿਲੀਜ਼ ਤੋਂ ਰੋਕਿਆ ਗਿਆ ਸੀ, ਇਸ ਮਾਮਲੇ ਨੂੰ ਲਗਾਤਾਰ ਸਿਆਸੀ ਸਾਜ਼ਿਸ਼ ਦੇ ਤਹਿਤ ਉਛਾਲਿਆ ਵੀ ਜਾਂਦਾ ਰਿਹਾ। ਕਾਂਗਰਸ ਪਾਰਟੀ ਵੀ, ਆਮ ਆਦਮੀ ਪਾਰਟੀ ਵੀ, ਉਧਰ ਅਕਾਲੀ ਦਲ ਵੀ ਇੱਕ ਦੂਸਰੇ ਦੇ ਆਮੋ ਸਾਹਮਣੇ ਅਕਸਰ ਹੁੰਦੇ ਰਹੇ। ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਦੇ ਇਹਨਾਂ ਮਾਮਲਿਆਂ ਦੇ ਸੰਬੰਧਿਤ 467 ਪੰਨਿਆਂ ਦੀ ਅੰਤਿਮ ਰਿਪੋਰਟ ਸਿੱਖ ਜਥੇਬੰਦੀਆਂ ਦੇ ਕੁਝ ਪ੍ਰਤੀਨਿਧੀਆਂ ਨੂੰ, ਜਿਨ੍ਹਾਂ ਦੇ ਵਿੱਚ ਮੇਜਰ ਸਿੰਘ ਪੰਡੋਰੀ, ਚਮਕੌਰ ਸਿੰਘ ਅਤੇ ਕੁਝ ਹੋਰ ਆਗੂ ਸਨ, ਉਹਨਾਂ ਨੂੰ ਆਪਣੀ ਰਿਹਾਇਸ਼ ਦੇ ਉੱਤੇ ਉਹਨਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਇਹ ਰਿਪੋਰਟ ਜਨਤਕ ਕਰ ਦਿੱਤੀ ਹੈ। ਇਹ ਰਿਪੋਰਟ ਸਿੱਟ ਵੱਲੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿੰਗ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਜਾਣਕਾਰੀ ਦੇ ਅਨੁਸਾਰ 2015 ਦੇ ਵਿੱਚ ਬੇਅਦਬੀ ਦੇ ਨਾਲ ਸੰਬੰਧਿਤ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਇੱਕ ਹੋਰ ਮਾਮਲੇ ਦੀ ਜਾਂਚ ਪਹਿਲਾਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਵਿੱਚ ਤਤਕਾਲੀ ਸਰਕਾਰ ਦੇ ਵੱਲੋਂ CBI ਨੂੰ ਇਹ ਜਾਂਚ ਸੌਂਪੀ ਗਈ। CBI ਵੱਲੋਂ ਬਹੁਤ ਹੌਲੀ ਜਾਂਚ ਤੇ ਕਲੋਜ਼ਰ ਰਿਪੋਰਟ ਵੱਲ ਵਧਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ। ਕੇਸ ਦਾਇਰ ਕਰਨ ਤੋਂ ਬਾਅਦ CBI ਤੋਂ ਇਹਨਾਂ ਕੇਸਾਂ ਦੀ ਜਾਂਚ ਵਾਪਸ ਲੈ ਲਈ ਗਈ ਅਤੇ ਸੰਬੰਧਿਤ ਦਸਤਾਵੇਜ਼ ਵੀ ਹਾਸਲ ਕਰ ਲਏ ਗਏ। ਸਤੰਬਰ 2018 ਦੇ ਵਿੱਚ IG SPS ਪਰਮਾਰ ਦੀ ਅਗਵਾਈ ਦੇ ਵਿੱਚ ਗਠਿਤ ਸਿੱਟ ਦੇ ਵੱਲੋਂ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਗਈ। ਦਰਜਨਾਂ ਭਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਨਾਮਜ਼ਦ ਕੀਤਾ ਗਿਆ। ਇਹਨਾਂ ਮਾਮਲਿਆਂ ਦੇ ਵਿੱਚ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਇਸ ਵਕਤ ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਮਾਮਲਿਆਂ 'ਚ ਸੁਨਾਰੀਆ ਜੇਲ੍ਹ ਵਿੱਚ ਬੰਦ ਅਤੇ ਅੱਜ ਕੱਲ੍ਹ ਜ਼ਮਾਨਤ ਤੇ ਹੈ, ਉਹਦੇ ਕੋਲੋਂ ਪੁੱਛਗਿੱਛ ਕੀਤੀ ਗਈ। ਉਹਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਬੇਅਦਬੀ ਦੀ ਸਾਰੀ ਸਾਜ਼ਿਸ਼ ਡੇਰਾ ਸਿਰਸਾ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਕੀਤੀ ਗਈ। ਇਸ ਪਿੱਛੇ ਇੱਕ ਸਿੱਖ ਧਰਮ ਪ੍ਰਚਾਰਕ ਵੱਲੋਂ ਵੀ ਡੇਰਾ ਪ੍ਰਮੁੱਖ ਵੱਲੋਂ ਕੀਤੇ ਗਏ ਅਪਮਾਨ ਦਾ ਬਦਲਾ ਲੈਣਾ ਇੱਕ ਵੱਡਾ ਕਾਰਨ ਦੱਸਿਆ ਗਿਆ ਹੈ। ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕਣਾ ਵੀ ਇਸ ਦੇ ਪਿੱਛੇ ਇੱਕ ਕਾਰਨ ਦੱਸਿਆ ਗਿਆ ਹੈ। FIR ਨੰਬਰ 63 2015 'ਚ, FIR ਨੰਬਰ 117 2015 'ਚ
FIR ਨੰਬਰ 128 2015 ਚ ਭਾਵ 3 ਵੱਖ-ਵੱਖ FIR ਦਰਜ ਕੀਤੀਆਂ ਗਈਆਂ ਨੇ। ਇਹਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਬਣਾਇਆ ਗਿਆ। ਬਲਕਿ ਇੰਨਾ ਹੀ ਨਹੀਂ, ਇਹਨਾਂ ਮਾਮਲਿਆਂ ਦੇ ਵਿੱਚ ਡੇਰੇ ਦੀ ਰਾਸ਼ਟਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਸੀ ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੂੰ ਵੀ ਸਾਜ਼ਿਸ਼ਕਰਤਾਵਾਂ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਪਰ ਹਾਲੇ ਤੱਕ ਇਹ ਭਗੌੜੇ ਚੱਲੇ ਆ ਰਹੇ ਨੇ, ਜਦਕਿ ਇਹਨਾਂ ਮਾਮਲਿਆਂ ਦੇ ਵਿੱਚ ਸੁਖਜਿੰਦਰ ਸਿੰਘ ਸਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਤੇ ਪ੍ਰਦੀਪ ਨੂੰ ਮੁਲਜ਼ਮ ਬਣਾਇਆ ਗਿਆ। ਇਸੇ ਮਾਮਲੇ ਵਿੱਚ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਹੁਣ ਇਹ ਜਿਹੜੀ ਜਾਂਚ ਰਿਪੋਰਟ ਹੈ, ਇਹ ਪਹਿਲੀ ਵਾਰੀ ਹੈ ਲੰਬੇ ਸਮੇਂ ਤੋਂ, ਭਾਵ ਚਿਰੋਕਣੀ ਮੰਗ ਸੀ ਕਿ ਇਹਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ। ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਨੂੰ ਜਨਤਕ ਕਰ ਦਿੱਤਾ ਹੈ ਅਤੇ ਇਸ ਸਿੱਟ ਰਿਪੋਰਟ ਨੂੰ ਜਥੇਬੰਦੀ ਦੇ ਕੁਝ ਆਗੂਆਂ ਨੂੰ ਆਪਣੀ ਰਿਹਾਇਸ਼ ਦੇ ਉੱਤੇ ਸੱਦ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਮੁੱਖ ਮੰਤਰੀ ਨੂੰ ਮਿਲੇ ਵਫਦ ਨੇ ਬੇਅਦਬੀ ਦੇ ਮੁੱਦੇ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ 'ਚੋਂ ਲਾਪਤਾ ਸਰੂਪਾਂ, ਕਲਿਆਣੀ ਪਿੰਡ ਵਿੱਚ ਹੋਈ ਬੇਅਦਬੀ ਦੀ ਜਾਂਚ ਦੇ ਮਾਮਲੇ ਵੀ ਉਠਾਏ। ਮੀਟਿੰਗ ਤੋਂ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ ਬੇਅਦਬੀ ਮਾਮਲੇ ਦੀ ਰਿਪੋਰਟ ਉਹਨਾਂ ਨੂੰ ਸੌਂਪਣ ਤੋਂ ਇਲਾਵਾ ਇਹਨਾਂ ਮਾਮਲਿਆਂ ਦੀ ਜਾਂਚ ਦਾ ਭਰੋਸਾ ਵੀ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਸੌਂਪੀ ਰਿਪੋਰਟ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਸਿੱਟ ਦੇ ਵੱਲੋਂ ਸੁਨਾਰੀਆ ਜੇਲ੍ਹ ਦੇ ਵਿੱਚ ਕੀਤੀ ਪੁੱਛਗਿੱਛ ਦਾ ਇਸ ਦੇ ਵਿੱਚ ਵਿਸਥਾਰਤ ਵੇਰਵਾ ਹੈ। ਸੈਂਕੜੇ ਜਿਹੜੇ ਸਵਾਲ ਕੀਤੇ ਗਏ ਉਹਨਾਂ ਦੇ ਜਵਾਬਾਂ ਦਾ ਜ਼ਿਕਰ ਹੈ, ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਗੁਰਮੀਤ ਰਾਮ ਰਹੀਮ ਨੇ ਤਕਰੀਬਨ ਬਹੁਤ ਸਾਰੇ ਸਵਾਲਾਂ ਦਾ ਜਵਾਬ ਨਾ ਦੇ ਵਿੱਚ ਹੀ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਨੇ ਮਹਿੰਦਰਪਾਲ ਬਿੱਟੂ ਨੂੰ ਪਹਿਚਾਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਮੈਂ ਨਹੀਂ ਇਹਨੂੰ ਜਾਣਦਾ, ਅਤੇ ਮੁੰਬਈ ਵਾਲੇ ਫਲੈਟ ਦਾ ਸੰਬੰਧ ਆਪਣੇ ਕਿਸੇ ਚਿਹਰੇ ਨਾਲ ਦੱਸਿਆ ਗਿਆ। ਉਹ ਤੋਂ ਪੁੱਛੇ ਸਵਾਲਾਂ ਦੇ ਜਵਾਬਾਂ ਦੀ ਇਸ ਦੇ ਵਿੱਚ ਵਿਸਥਾਰਤ ਜਾਣਕਾਰੀ ਹੈ। ਰਿਪੋਰਟ ਦੇ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਸ਼ੁਰੂ ਤੋਂ ਅਖੀਰ ਤੱਕ ਸਾਰੇ ਘਟਨਾਕ੍ਰਮ ਦੀ ਜਾਂਚ ਅਤੇ ਸਾਰੇ ਜਾਂਚ ਦੇ ਪਹਿਲੂ ਅਤੇ ਵੇਰਵੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਹੁਣ ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਜਿਹੜੀ ਚਿਰੋਕਣੀ ਮੰਗ ਸੀ, ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਆਉਣਾ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ, ਉਹਦਾ ਦੌਰ ਸ਼ੁਰੂ ਹੋ ਗਿਆ ਹੈ। ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਇਹ ਬੇਅਦਬੀ ਹੋਈ। ਬੇਅਦਬੀ ਦੇ 3 ਮਾਮਲੇ ਦੀ ਜਾਂਚ ਕੀਤੀ ਸੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ, ਸਿੱਟ ਨੇ। ਆਪਣੀ ਰਿਪੋਰਟ ਦੇ ਵਿੱਚ ਸਾਰੀਆਂ ਘਟਨਾਵਾਂ ਸਿਰਸਾ ਨਾਲ ਸੰਬੰਧਿਤ, ਡੇਰੇ ਨਾਲ ਸੰਬੰਧਿਤ ਦੱਸੀਆਂ ਗਈਆਂ ਨੇ ਤੇ ਮੁੱਖ ਸਾਜ਼ਿਸ਼ਕਾਰਾ ਡੇਰਾ ਮੁਖੀ ਦੱਸਿਆ ਗਿਆ ਹੈ। ਹਾਲਾਂਕਿ ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿਆਸਤ ਸਮੇਂ-ਸਮੇਂ ਤੇ ਭਖਦੀ ਰਹੀ ਹੈ। ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ ਬਾਦਲ ਪਰਿਵਾਰ ਤੇ ਨਿਸ਼ਾਨੇ ਵਿੰਨ੍ਹਦੀ ਰਹੀ ਹੈ, ਪਰ ਜਾਂਚ ਦੇ ਵਿੱਚ ਕਿਸੇ ਸਿਆਸੀ ਸਾਜ਼ਿਸ਼ ਦੀ ਗੱਲ ਸਾਹਮਣੇ ਇਸ ਰਿਪੋਰਟ ਦੇ ਵਿੱਚ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਦੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਆਖਿਆ ਕਿ ਹੁਣ ਮੁਆਫੀ ਮੰਗੋ, ਤੁਸੀਂ ਸਾਨੂੰ ਨਿਸ਼ਾਨੇ ਤੇ ਲੈਂਦੇ ਰਹੇ ਹੋ, ਕਿਉਂਕਿ ਭਗਵੰਤ ਮਾਨ ਵੱਲੋਂ ਆਪਣੀ ਰਿਹਾਇਸ਼ ਦੇ ਉੱਤੇ ਰਿਪੋਰਟ ਜਨਤਕ ਕੀਤੀ ਗਈ ਹੈ। ਰਿਪੋਰਟ ਦੇ ਵਿੱਚ ਡੇਰਾ ਮੁਖੀ ਤੋਂ ਇਲਾਵਾ ਡੇਰੇ ਦੇ 3 ਫਰਾਰ ਪੈਰੋਕਾਰ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉਹਨਾਂ ਦਾ ਵੀ ਨਾਮ ਸ਼ਾਮਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਿਪੋਰਟ ਦੀ ਕਾਪੀ ਇਸ ਮਾਮਲੇ ਵਿੱਚ ਸੰਘਰਸ਼ ਕਰ ਰਹੇ ਪੰਥਕ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤੀ ਹੈ। ਇਹ ਮੈਂ ਦੱਸ ਦਿਆਂ ਕਿ ਪਹਿਲੀ ਵਾਰੀ ਹੋਇਆ ਕਿ ਜਦੋਂ ਇਸ ਤਰ੍ਹਾਂ ਨਾਲ ਕੋਈ ਰਿਪੋਰਟ ਜਨਤਕ ਕੀਤੀ ਗਈ ਹੋਵੇ। ਰਿਪੋਰਟ ਦੇ ਵਿੱਚ CBI ਦੀ ਜਾਂਚ ਵਿੱਚ ਕੀਤੇ ਗਏ ਦਾਅਵਿਆਂ ਦਾ ਖੰਡਨ ਵੀ ਕੀਤਾ ਗਿਆ ਹੈ। CBI ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਇਸ ਮਾਮਲੇ ਦੇ ਵਿੱਚ ਡੇਰਾ ਮੁਖੀ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਸੀ, ਜਿਸ ਦੇ ਪਿੱਛੋਂ CBI ਨੇ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ। ਸੂਤਰਾਂ ਦੇ ਮੁਤਾਬਕ ਇਸ ਮਾਮਲੇ ਵਿੱਚ ਬਣੀ ਤੀਸਰੀ ਸਿੱਟ ਦੇ ਵੱਲੋਂ ਇਹ ਰਿਪੋਰਟ ਇਸੇ ਸਾਲ 21 ਅਪ੍ਰੈਲ ਨੂੰ DGP VK ਭਾਵਰਾ ਅਤੇ DGP ਇੰਟੈਲੀਜੈਂਸ ਪ੍ਰਬੋਧ ਕੁਮਾਰ ਨੂੰ ਮਨਜ਼ੂਰੀ ਲਈ ਸੌਂਪੀ ਗਈ ਸੀ। ਸਿੱਟ ਦਾ ਗਠਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਤੇ IG ਬਾਰਡਰ ਰੇਂਜ SPS ਪਰਮਾਰ ਦੀ ਅਗਵਾਈ ਦੇ ਵਿੱਚ 4 ਅਪ੍ਰੈਲ ਤੇ 2021 ਨੂੰ ਕੀਤਾ ਗਿਆ ਸੀ। ਦੱਸਣਾ ਬਣਦਾ ਕਿ 2015 ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਵਕਤ ਇਹ ਬੇਅਦਬੀ ਹੋਈ ਸੀ। ਬੇਅਦਬੀ ਘਟਨਾ ਦੀ ਜਾਂਚ ਇਸ ਲਈ ਵੀ ਇਸ ਤੋਂ ਪਹਿਲਾਂ ਵੀ ਕਮਿਸ਼ਨ ਵੀ ਬਣੇ ਅਤੇ ਸਿੱਟ ਦਾ ਗਠਨ ਵੀ ਹੋਇਆ, ਪਰ ਹਾਲੇ ਤੱਕ ਲੋਕ ਇਸ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਸੀ। ਤੇ ਸਿੱਟ ਦੀ ਰਿਪੋਰਟ ਦੇ ਵਿੱਚ ਭਾਵੇਂ ਕਿ ਤਕਰੀਬਨ ਪੌਣੇ 500 ਸਫ਼ਿਆਂ ਦੀ ਸਾਰੀ ਹਲੇ ਪੜ੍ਹੀ ਨਹੀਂ ਗਈ। ਸਿੱਟ ਰਿਪੋਰਟ ਦੇ ਵਿੱਚੋਂ ਜਿਹੜੀ ਮੁੱਖ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਗੁਰਮੀਤ ਰਾਮ ਰਹੀਮ ਦੀ ਫਿਲਮ ਸੀ MSG 2।
MSG 2 ਨੂੰ ਰਿਲੀਜ਼ ਨਾ ਕਰਨ ਕਾਰਨ ਕਿ ਉਹ ਅਸੀਂ ਰਿਲੀਜ਼ ਨਹੀਂ ਕਰਨ ਦੇਣੀ, ਉਹਦਾ ਬਦਲਾ ਲੈਣ ਦੇ ਵਾਸਤੇ ਇਹ ਸਾਜ਼ਿਸ਼ ਘੜੀ ਗਈ। ਪਹਿਲਾ ਮਾਮਲਾ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਉੱਥੋਂ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਚੋਰੀ ਦਾ। ਫਿਰ 25 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਇਤਰਾਜ਼ਯੋਗ ਟਿੱਪਣੀ ਵਾਲੇ ਪੋਸਟਰ ਲਗਾਉਣ ਦਾ। ਉਹਦੇ ਤੋਂ ਬਾਅਦ 12 ਅਕਤੂਬਰ ਨੂੰ ਪਾਵਨ ਸਰੂਪਾਂ ਦੀ ਬੇਅਦਬੀ ਕੀਤੇ ਜਾਣ ਦਾ। ਰਿਪੋਰਟ ਦੇ ਮੁਤਾਬਕ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ, ਇੱਕ ਵਾਰੀ ਫਿਰ ਤੁਹਾਨੂੰ ਦੱਸਦੇ ਹਾਂ, ਉਹਦੇ ਵਿੱਚ ਸੁਖਜਿੰਦਰ ਸਿੰਘ ਉਰਫ ਸਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪਵਿੱਤਰ ਸਰੂਪਾਂ ਦੀ ਚੋਰੀ ਅਤੇ ਬੇਅਦਬੀ ਲਈ ਜ਼ਿੰਮੇਵਾਰ ਇਸ ਜਾਂਚ ਰਿਪੋਰਟ ਵਿੱਚ ਠਹਿਰਾਏ ਹੋਏ ਨੇ। ਜਦੋਂ ਕਿ ਪੋਸਟਰ ਜਿਹੜੇ ਚਿਪਕਾਏ ਗਏ, ਪੋਸਟਰ ਲਾਏ ਗਏ, ਉਸ ਘਟਨਾ ਦੇ ਲਈ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਡੇਰਾ ਮੁਖੀ ਜ਼ਿੰਮੇਵਾਰ ਦੱਸੇ ਗਏ ਨੇ। ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਦੱਸੇ ਗਏ ਨੇ। ਪਰ ਫਿਰ ਦੱਸ ਰਿਹਾ ਕਿ ਹਾਲੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਆ ਸਕੇ, ਉਹ ਭਗੌੜੇ ਕਰਾਰ ਦਿੱਤੇ ਹੋਏ ਨੇ। ਡੇਰਾ ਮੁਖੀ ਦਾ ਮੁਲਜ਼ਮਾਂ ਨਾਲ ਸਿੱਧਾ ਸੰਬੰਧ ਸੀ। ਇੱਕ ਮੁਲਜ਼ਮ ਮਹਿੰਦਰਪਾਲ ਬਿੱਟੂ, ਜਿਸ ਨੂੰ ਨਾਭਾ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਉਸ ਦੇ ਸਾਥੀ ਫਿਲਮ MSG 2 ਰਿਲੀਜ਼ ਨਾ ਹੋਣ ਤੋਂ ਪਰੇਸ਼ਾਨ ਸਨ ਅਤੇ ਬਦਲਾ ਲੈਣ ਲਈ ਸਾਜ਼ਿਸ਼ ਘੜੀ ਗਈ ਸੀ। ਮੁਲਜ਼ਮ ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਚੋਰੀ ਕੀਤਾ ਸੀ। ਪਵਿੱਤਰ ਸਰੂਪਾਂ ਨੂੰ ਚੋਰੀ ਕਰਨ ਅਤੇ ਬੇਅਦਬੀ ਕਰਨ ਅਤੇ ਇਤਰਾਜ਼ਯੋਗ ਪੋਸਟਰ ਚਮਕਾਉਣ ਲਈ 2 ਕਾਰਾਂ ਅਤੇ ਇੱਕ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ। ਹੁਣ ਸੰਖੇਪ ਦੇ ਵਿੱਚ ਇਹ ਮਾਮਲਾ ਵੀ ਤੁਹਾਨੂੰ ਦੱਸਦੇ ਹਾਂ। ਬੇਅਦਬੀ ਤੋਂ ਬਾਅਦ ਇਹ ਮਾਮਲਾ ਉਸ ਸਮੇਂ ਬਹੁਤ ਜ਼ਿਆਦਾ ਜ਼ੋਰ ਫੜ ਗਿਆ ਸੀ ਜਦੋਂ 14 ਅਕਤੂਬਰ ਤੇ 2015 ਨੂੰ ਬਰਗਾੜੀ ਦੇ ਨਾਲ ਲੱਗਦੇ ਪਿੰਡ ਬਹਿਬਲ ਕਲਾਂ ਦੇ ਵਿੱਚ ਸ਼ਾਂਤੀਪੂਰਵਕ ਧਰਨਾ ਲਾਇਆ ਹੋਇਆ ਸੀ। ਸਿੱਖ ਸੰਗਤ ਨੂੰ ਜ਼ਬਰਦਸਤੀ ਉੱਥੋਂ ਚੁੱਕਣ ਲਈ ਪੁਲਿਸ ਨੇ ਸਿੱਧੀ ਫਾਇਰਿੰਗ ਕਰ ਦਿੱਤੀ ਸੀ, ਲਾਠੀ ਚਾਰਜ ਕੀਤਾ ਗਿਆ ਸੀ। ਉਹਦੇ ਵਿੱਚ 2 ਸਿੱਖ ਨੌਜਵਾਨਾਂ ਦਾ, ਪਿੰਡ ਨਿਆਮੀਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਇਸੇ ਦਿਨ ਕੋਟਕਪੂਰਾ ਦੇ ਵਿੱਚ ਚੱਲ ਰਹੇ ਧਰਨੇ ਨੂੰ ਵੀ ਪੁਲਿਸ ਦੀ ਤਾਕਤ ਕਰਕੇ ਉੱਥੋਂ ਚੁਕਵਾਇਆ ਗਿਆ ਸੀ। ਲਾਠੀ ਚਾਰਜ ਅਤੇ ਗੋਲੀਬਾਰੀ ਕਾਰਨ ਕਰੀਬ 100 ਵਿਅਕਤੀ ਜ਼ਖਮੀ ਹੋ ਗਏ ਸਨ। ਹੁਣ ਇਹ ਘਟਨਾ ਸੱਚਮੁੱਚ ਪੰਜਾਬ ਦੀ ਚੋਣ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਇਨਸਾਫ ਪਸੰਦ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ। ਸੱਤਾਧਾਰੀ ਧਿਰ ਨੇ ਆਖਿਆ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਤੁਹਾਨੂੰ ਲੈ ਕੇ ਦੇਵਾਂਗੇ, ਔਰ ਸਮੇਂ-ਸਮੇਂ ਤੇ ਵਿਰੋਧੀ ਧਿਰ ਅਤੇ ਇੱਥੋਂ ਤੱਕ ਕਿ ਬਜਟ ਸੈਸ਼ਨ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਸ ਮਸਲੇ ਨੂੰ ਚੁੱਕਿਆ ਸੀ। ਪਰ ਉਧਰ ਬਜਟ ਸੈਸ਼ਨ ਦੀ ਸਮਾਪਤੀ ਹੋਈ ਆ ਤਾਂ ਉਹ ਤੋਂ ਅਗਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਰਿਪੋਰਟ ਜਨਤਕ ਕਰ ਦਿੱਤੀ ਹੈ। ਹੁਣ ਵੇਖਦੇ ਹਾਂ ਕਿ ਅੱਗੇ ਇਹਦੇ ਤੇ ਕੀ ਹੁੰਦਾ ਹੈ ਅਤੇ ਇਹਦੇ ਤੇ ਹਲੇ ਪ੍ਰਤੀਕਿਰਿਆਵਾਂ ਕੀ ਆਉਂਦੀਆਂ ਹਨ। ਸੱਚਮੁੱਚ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡਾ ਇਹ ਕੂਣੀ ਮੋੜ ਹੈ। ਅਗਲੀ ਜਿਹੜੀ ਖਬਰ ਹੈ ਕਿ ਅਸੀਂ ਕਿੰਨੇ ਗਰਕ ਚੁੱਕੇ ਹਾਂ, ਕਿੰਨੇ ਨਿੱਘਰ ਚੁੱਕੇ ਹਾਂ। ਹੁਣ ਜੇ ਮੈਂ ਤੁਹਾਨੂੰ ਸਵਾਲ ਕਰਾਂ ਕਿ ਇੱਕ ਵਿਅਕਤੀ ਇੱਕ ਸਮੇਂ ਤੇ, ਹੋ ਸਕਦਾ ਕਿਸੇ ਕੋਲ 5 ਕਾਰਾਂ ਹੋਣ, 10 ਹੋਣ, ਮੈਂ ਉਹ ਗੱਲ ਨਹੀਂ ਕਰ ਰਿਹਾ। ਮੈਂ ਜਿਹੜਾ ਸਵਾਲ ਕਰ ਰਹੇ ਹਾਂ ਕਿ ਇੱਕ ਵਿਅਕਤੀ ਇੱਕੋ ਸਮੇਂ ਤੇ ਕਿੰਨੀਆਂ ਗੱਡੀਆਂ ਚਲਾ ਸਕਦਾ ਹੈ? ਤੁਹਾਡਾ ਜਵਾਬ ਹੋਏਗਾ 1। ਨਹੀਂ, ਪਰ ਸੱਚਾਈ ਕੁਝ ਹੋਰ ਪਈ ਆ। ਰਿਪੋਰਟ ਕੁਝ ਹੋਰ ਦੱਸਦੀ ਹੈ ਕਿ ਪੰਜਾਬ ਸਰਕਾਰ ਕੋਲ ਕਿਸ ਤਰ੍ਹਾਂ ਦਾ ਅਧਿਕਾਰੀ ਹੈ ਜਿਹੜਾ ਇੱਕ ਸਮੇਂ ਤੇ ਇੱਕ ਨਹੀਂ 2-2 ਗੱਡੀਆਂ ਇਕੱਠੀਆਂ ਚਲਾਉਂਦਾ ਹੈ। ਇਹ ਰਿਪੋਰਟ 'ਚ ਖੁਲਾਸਾ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਦੇ ਕੋਲ ਆਪਣੀਆਂ 2 ਸਰਕਾਰੀ ਜੀਪਾਂ ਹੋਣ ਦੇ ਬਾਵਜੂਦ ਇਹ ਅਧਿਕਾਰੀ ਪ੍ਰਾਈਵੇਟ ਗੱਡੀਆਂ ਵੀ ਕਿਰਾਏ ਤੇ ਲੈਂਦਾ ਰਿਹਾ। ਇਸ ਗੱਲ ਦਾ ਖੁਲਾਸਾ ਸਮਾਜਿਕ ਸੁਰੱਖਿਆ ਤੇ ਇਸਤਰੀ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਕੀਤੀ ਗਈ ਜਾਂ ਕਰਵਾਈ ਗਈ ਜਿਹੜੀ ਜਾਂਚ ਆ ਉਹਦੇ ਵਿੱਚ ਹੋਇਆ। ਤੁਹਾਨੂੰ ਯਾਦ ਹੋਣਾ ਹੈ ਕਿ ਮਈ ਮਹੀਨੇ ਆਪਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਜਸਵਿੰਦਰ ਸਿੰਘ ਵਾਸੀ ਰੂੜੇ ਕੇ ਖੁਰਦ, ਉਹ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਸ਼ਹਿ ਤੇ ਆਪਣੇ ਪ੍ਰਾਈਵੇਟ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਕਿਰਾਏ ਦੀਆਂ ਗੱਡੀਆਂ ਦਿਖਾ ਕੇ ਖਜ਼ਾਨੇ ਦੇ ਵਿੱਚੋਂ ਹਜ਼ਾਰਾਂ ਰੁਪਏ ਦਾ ਬਿੱਲ ਵਸੂਲ ਲੈਂਦਾ ਸੀ। ਉਹਦੀ ਸ਼ਿਕਾਇਤ ਕਰ ਦਿੱਤੀ ਗਈ। ਮੰਤਰੀ ਡਾਕਟਰ ਬਲਜੀਤ ਕੌਰ ਨੇ ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਕਰਨ ਵਾਸਤੇ ਆਖ ਦਿੱਤਾ ਗਿਆ ਕਿ 10 ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਇਹ ਹੁਕਮ ਚਾੜ ਦਿੱਤੇ ਗਏ ਸਨ। ਵਿਭਾਗੀ ਅਧਿਕਾਰੀਆਂ ਦੇ ਵੱਲੋਂ ਜਾਂਚ ਕਰ ਲਈ ਗਈ ਹੈ। ਜਾਂਚ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ। ਜ਼ਿਲ੍ਹਾ ਪ੍ਰੋਗਰਾਮ ਅਫਸਰ ਸੰਗਰੂਰ
ਸੁਖਦੀਪ ਸਿੰਘ, ਜਿਨ੍ਹਾਂ ਕੋਲ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਰਨਾਲਾ ਤੋਂ ਇਲਾਵਾ ਪਟਿਆਲਾ ਦਾ ਵੀ ਵਾਧੂ ਚਾਰਜ ਸੀ। ਵਿਭਾਗ ਦੇ ਕੋਲ ਪਟਿਆਲਾ ਤੇ ਸੰਗਰੂਰ ਦੇ ਦਫ਼ਤਰਾਂ ਦੇ ਵਿੱਚ ਸਰਕਾਰੀ ਜੀਪਾਂ ਮੌਜੂਦ ਨੇ, ਪਰ ਬਰਨਾਲਾ ਦੇ ਵਿੱਚ ਇੱਕ ਨਿੱਜੀ ਗੱਡੀ ਕਿਰਾਏ ਤੇ ਲੈਂਦਾ ਸੀ, ਉਹਦਾ ਬਿੱਲ ਵਸੂਲਦਾ ਸੀ। ਜਾਂਚ ਅਧਿਕਾਰੀਆਂ ਨੇ ਵਾਹਨਾਂ ਦੀ ਲੌਗਬੁੱਕ ਨੂੰ ਜਦੋਂ ਆਪਸ ਦੇ ਵਿੱਚ ਮਿਲਾਇਆ ਤਾਂ ਇਹ ਅਧਿਕਾਰੀ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਗੱਡੀਆਂ ਦੀ ਇੱਕੋ ਦਿਨ ਵੱਖ-ਵੱਖ ਵਰਤੋਂ ਕਰ ਰਿਹਾ ਹੈ। ਤੁਸੀਂ ਦੇਖੋ ਕਿ ਇੱਕੋ ਸਮੇਂ ਤੇ ਬੰਦਾ ਇੱਕ ਗੱਡੀ 'ਚ ਸਫ਼ਰ ਕਰ ਸਕਦਾ ਜਾਂ ਇੱਕ ਗੱਡੀ ਚਲਾ ਸਕਦਾ ਹੈ, ਪਰ ਜਦੋਂ ਲੌਗਬੁੱਕ ਮਿਲਾਈ ਆ ਇੱਕੋ ਹੀ ਦਿਨ ਇੱਕੋ ਹੀ ਸਮੇਂ ਤੇ ਦੋ ਗੱਡੀਆਂ ਇਹ ਉੱਥੇ ਬਿਲਿੰਗ ਉਹਨਾਂ ਦੀ ਕਰ ਰਿਹਾ ਹੈ। ਗੰਭੀਰ ਮਸਲਾ ਹੈ। ਤਫਤੀਸ਼ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਅਧਿਕਾਰੀ ਨੇ ਟਵੇਰਾ ਮਾਡਲ 2007 ਦੀਆਂ 2 ਗੱਡੀਆਂ ਕੈਂਸਲ ਹੋਣ ਦੀਆਂ ਦਿਖਾਈਆਂ ਹੋਈਆਂ ਨੇ, ਪਰ ਇਹਨਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਮਾਲਕ ਬਾਰੇ ਕੋਈ ਰਿਕਾਰਡ ਮੌਜੂਦ ਹੀ ਨਹੀਂ। ਜਦੋਂ ਕਿ ਜਾਂਚ ਅਧਿਕਾਰੀਆਂ ਨੇ ਇਸ ਸੰਬੰਧੀ ਜਦੋਂ ਜਾਂਚ ਕੀਤੀ ਤਾਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਅਸਲ ਦੇ ਵਿੱਚ ਜਿਹੜੇ ਉੱਥੇ ਗੱਡੀਆਂ ਦਿਖਾਈਆਂ ਗਈਆਂ ਨੇ, ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਨੇ, ਉਹਨਾਂ ਦੇ ਵਿੱਚ ਇੱਕ ਤਾਂ ਮਹਿੰਦਰਾ ਟਰੈਕਟਰ ਹੈ, ਜਿਹੜਾ ਉੱਥੇ ਨੰਬਰ ਪਾਇਆ ਗਿਆ ਉਹ ਕੋਈ ਗੱਡੀ ਹੈ ਹੀ ਨਹੀਂ, ਇੱਕ ਮੋਟਰਸਾਈਕਲ ਹੈ। ਉਮੀਦ ਹੈ ਕਿ ਇਸ ਜਾਂਚ ਦੇ ਵਿੱਚ ਹੋਰ ਵੀ ਕੁਝ ਵੱਡੇ ਖੁਲਾਸੇ ਹੋਣਗੇ ਜਦੋਂ ਸਾਰੀ ਰਿਪੋਰਟ ਜਨਤਕ ਹੋ ਗਈ। ਹੁਣ ਤੁਸੀਂ ਦੇਖੋ ਕਿ ਜਿਹਦਾ ਜਿੱਥੇ ਦਾ ਲੱਗਦਾ ਹੈ, ਇਹਨੂੰ ਇਹ ਸੀ ਕਿ ਚਲੋ ਇੱਥੋਂ ਹੀ ਵਸੂਲ ਲੈਂਦੇ ਆ ਕਿਰਾਏ ਨੂੰ ਇਹ ਹੱਥ ਮਾਰ ਲੈਂਦੇ ਆ। ਸਾਡੀਆਂ ਨੀਤਾਂ ਸੱਚਮੁੱਚ ਭੁੱਖੀਆਂ ਨੇ, ਤੇ ਅਗਲੀ ਵੀ ਭੁੱਖੀ ਨੀਤ ਵਾਲੀ ਉਹ ਖਬਰ ਹੈ। ਰੇਤ ਦੀ ਨਜਾਇਜ਼ ਮਾਈਨਿੰਗ, ਮਨੀ ਲਾਂਡਰਿੰਗ, ਟਰਾਂਸਫਰ ਮਾਫੀਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦਾ ਮੁੰਡਾ ਭੁਪਿੰਦਰ ਉਰਫ ਹਨੀ, ਤੁਹਾਨੂੰ ਯਾਦ ਹੋਣਾ ਹੈ ਕਿ ਭ੍ਰਿਸ਼ਟਾਚਾਰ ਦੇ ਅਧੀਨ ਉਹ ਇਸ ਵਕਤ ਜੇਲ੍ਹ ਦੇ ਵਿੱਚ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਬਕਾਇਦਾ ਉਸ ਨੂੰ ਜ਼ਮਾਨਤ ਵੀ ਮਿਲ ਗਈ ਹੈ। ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ 'ਚ ਬੈਠਾ ਹੈ। ਕਾਰਨ ਕੀ ਹੈ ਕਿ ਜ਼ਮਾਨਤ ਵਾਸਤੇ ਉਹਨੂੰ ਕੋਈ ਜ਼ਮਾਨਤੀਆ ਨਹੀਂ ਮਿਲਿਆ ਜਲੰਧਰ ਦੇ ਵਿੱਚੋਂ, ਇਸ ਕਰਕੇ ਹਾਲੇ ਵੀ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਬੈਠਾ ਹੈ। ਹਨੀ ਦੀ ਰਿਹਾਈ ਇਸੇ ਕਰਕੇ ਹਾਲੇ ਸੰਭਵ ਨਹੀਂ ਹੋ ਸਕੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸਾਬਕਾ ਮੁੱਖ ਮੰਤਰੀ ਦੀ ਸਾਲੀ ਦਾ ਮੁੰਡਾ ਕੋਈ ਜ਼ਮਾਨਤੀਆ ਨਹੀਂ ਮਿਲਿਆ। ਬਿਲਕੁਲ ਨਹੀਂ ਮਿਲਿਆ। ਆਪਾਂ ਇਹਨੂੰ ਖਬਰ ਨੂੰ ਹੋਰ ਖੋਲ੍ਹਦੇ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਹਨੀ ਨੂੰ ਜ਼ਮਾਨਤ ਦੇਣ ਦੇ ਸਮੇਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਹਨੀ ਨੂੰ ਸਥਾਨਕ ਅਦਾਲਤ ਦੇ ਵਿੱਚੋਂ ਭਾਵ ਜਲੰਧਰ ਦੇ ਵਿੱਚੋਂ 2 ਜ਼ਮਾਨਤੀਏ, ਇੱਕ ਸ਼ੋਰਟੀ ਬਾਂਡ ਭਰਨਾ ਪਵੇਗਾ। ਜ਼ਮਾਨਤ ਦੇਣ ਵਾਲੇ 2 ਲੋਕਾਂ ਦੇ ਵਿੱਚੋਂ ਇੱਕ ਜਲੰਧਰ ਦਾ ਰਹਿਣ ਵਾਲਾ ਲਾਜ਼ਮੀ ਹੋਣਾ ਚਾਹੀਦਾ। ਸ਼ਨਿਚਰਵਾਰ ਦਾ ਦਿਨ ਲੱਗਿਆ ਭੁਪਿੰਦਰ ਹਨੀ ਨੂੰ ਤੇ ਉਹਦੇ ਸਾਥੀ ਕਾਰੋਬਾਰੀ ਕੁਦਰਤਦੀਪ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤੀ ਪੇਸ਼ੀ ਹੋਈ, ਪਰ ਹਨੀ ਦੇ ਵੱਲੋਂ ਜ਼ਮਾਨਤ ਦੇਣ ਲਈ ਜਲੰਧਰ ਦਾ ਕੋਈ ਵੀ ਰਹਿਣ ਵਾਲਾ ਉਪਲਬਧ ਨਹੀਂ ਹੋ ਸਕਿਆ, ਜਿਸ ਕਾਰਨ ਹਨੀ ਜੇਲ੍ਹ ਦੇ ਵਿੱਚ ਬੈਠਾ ਸੀ। ਮਿਲੀ ਜਾਣਕਾਰੀ ਅਨੁਸਾਰ ਹੁਣ ਹਨੀ ਦੇ ਵਕੀਲ ਸੰਭਵ ਤੌਰ ਤੇ ਸੋਮਵਾਰ ਨੂੰ ਜੇਲ੍ਹ ਚੋਂ ਰਿਹਾਈ ਵਾਸਤੇ ਜਲੰਧਰ ਦੇ ਕਿਸੇ ਜ਼ਮਾਨਤੀ ਨੂੰ ਲੱਭਣਗੇ ਅਤੇ ਸ਼ੋਰਟੀ ਬਾਂਡ ਭਰਨਗੇ। ਹਨੀ ਨੂੰ ਈਡੀ ਨੇ ਤੁਹਾਨੂੰ ਦੱਸ ਦਿਆਂ ਕਿ 3 ਫਰਵਰੀ 2022 ਨੂੰ ਰਾਤ ਦੇ ਤਕਰੀਬਨ 11:55 ਤੇ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਹਨੀ ਨੂੰ ਰਿਮਾਂਡ ਦੇ ਕੇ 11 ਫਰਵਰੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਹਨੀ 11 ਫਰਵਰੀ ਤੋਂ ਅੱਜ ਤੱਕ ਜੇਲ੍ਹ ਦੇ ਵਿੱਚ ਬੈਠਾ ਹੈ। ਉਹਦੇ ਸਾਥੀ ਕਾਰੋਬਾਰੀ ਕੁਦਰਤਦੀਪ ਸਿੰਘ ਨੂੰ ਜੂਨ ਦੇ ਵਿੱਚ ਅੰਮ੍ਰਿਤਸਰੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬੀਤੀ ਜਨਵਰੀ ਦੇ ਵਿੱਚ ਈਡੀ ਨੇ ਹਨੀ ਅਤੇ ਹੋਰਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ। ਉਸ ਸਮੇਂ ਦੇ ਦੌਰਾਨ ਇੱਕ ਅਹਾਤੇ ਤੋਂ ਲਗਭਗ 7.9 ਕਰੋੜ ਰੁਪਏ, ਸੰਦੀਪ ਕੁਮਾਰ ਵਜੋਂ ਪਛਾਣੇ ਗਏ ਵਿਅਕਤੀ ਤੋਂ ਲਗਭਗ 2 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਸੀ। ਇਹਦੇ ਤੋਂ ਇਲਾਵਾ ਮਹਿੰਗੀਆਂ ਘੜੀਆਂ ਅਤੇ ਕੁਝ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਸੀ। ਈਡੀ ਦਾ ਕਹਿਣਾ ਸੀ ਕਿ ਆ 10 ਕਰੋੜ ਰੁਪਈਆ ਹੀ ਨਹੀਂ, ਸਗੋਂ ਉਹ ਕਹਿੰਦੇ ਸੀ ਕਿ ਟਰਾਂਸਫਰ ਅਤੇ ਨਜਾਇਜ਼ ਮਾਈਨਿੰਗ ਦੇ ਵਿੱਚੋਂ ਤਕਰੀਬਨ 350 ਕਰੋੜ ਰੁਪਏ ਦਾ ਮਸਲਾ ਹੈ। ਪਰ ਆਖਰਕਾਰ ਜ਼ਮਾਨਤ ਮਿਲ ਗਈ ਹੈ, ਪਰ ਹਾਲੇ ਕੋਈ ਜ਼ਮਾਨਤੀਆ ਨਹੀਂ ਮਿਲਿਆ। ਆਹ ਵੀ ਮਸਲਾ ਇੱਕ ਵੱਡਾ ਮਸਲਾ ਸੀ। ਸੁਖਬੀਰ ਬਾਦਲ ਨੇ ਵੀ, ਕੁਝ ਹੋਰ ਵਿਰੋਧੀ ਧਿਰਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਤੇ ਚੁੱਕਿਆ ਵੀ ਜਾਣਾ ਚਾਹੀਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਮੂੰਗੀ ਬੀਜੋ MSP ਦਾ ਐਲਾਨ, ਪਰ MSP ਤੋਂ 80% ਕਿਸਾਨਾਂ ਨੂੰ ਆਪਣੀ ਮੂੰਗੀ ਘੱਟ ਰੇਟ ਤੇ ਵੇਚਣ ਵਾਸਤੇ ਮਜਬੂਰ ਹੋਣਾ ਪਿਆ। ਤੇ ਇੱਕ ਮਿਸਾਲੀ ਫੈਸਲਾ ਇਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਮੀਦ ਹੈ ਕਿ ਮੂੰਗੀ ਕਾਸ਼ਤਕਾਰਾਂ ਦਾ ਇਹਦੇ ਨਾਲ ਉਤਸ਼ਾਹ ਵਧੇਗਾ। MSP ਤੋਂ ਘੱਟ ਜਿੰਨੀ ਵੀ ਮੂੰਗੀ ਦੀ ਖਰੀਦ ਹੋਈ ਹੈ,
ਮੁੱਖ ਮੰਤਰੀ ਮਾਨ ਨੇ ਆਖਿਆ ਕਿ ਉਹਦੀ ਭਰਪਾਈ ਸਰਕਾਰ ਦੇ ਵੱਲੋਂ ਕੀਤੀ ਜਾਊ। ਇਹ ਨਿਰਦੇਸ਼ ਜਾਰੀ ਕਰ ਦਿੱਤੇ ਹੈ, ਜਿਸ ਦੇ ਤਹਿਤ ਘੱਟ ਮਿਲੇ ਮੁੱਲ ਬਦਲੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਦਿੱਤਾ ਜਾਏਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਚਾੜ ਦਿੱਤੇ ਹੈ ਕਿ ਕਿਸਾਨੀ ਦੇ ਹਿੱਤਾਂ ਲਈ ਦਿੱਤੀ ਇਸ ਰਾਹਤ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਤਾਲਾ ਨਾ ਵੱਟਿਆ ਜਾਵੇ। ਹਰੇਕ ਕਿਸਾਨ ਨੂੰ ਇਹਦਾ ਲਾਭ ਵੀ ਮਿਲਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇਹ ਰਕਮ ਸਾਰੇ ਮੂੰਗੀ ਕਾਸ਼ਤਕਾਰਾਂ ਸਮੇਤ ਉਹਨਾਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੀ ਫਸਲ ਪਹਿਲਾਂ ਹੀ ਵੇਚ ਦਿੱਤੀ ਹੈ। ਉਹਨਾਂ ਅੱਗੇ ਆਖਿਆ ਕਿ ਇਸ ਨਿਯਮ ਦੇ ਸੰਬੰਧੀ ਜੇਕਰ ਕੋਈ ਸਾਨੂੰ ਲੋੜੀਂਦੀ ਸੋਧ ਕਰਨੀ ਪਈ ਤਾਂ ਸੋਧ ਵੀ ਕੀਤੀ ਜਾਊਗੀ। ਉਹਨਾਂ ਕਿਹਾ ਕਿ ਸਾਲ 2021-22 ਦੇ ਵਿੱਚ ਮੂੰਗੀ ਦੀ ਕੁੱਲ ਆਮਦ 2.98 ਲੱਖ ਕੁਇੰਟਲ ਹੋਈ ਸੀ, ਜਦਕਿ ਪੰਜਾਬ ਸਰਕਾਰ ਦੇ ਵੱਲੋਂ ਫਸਲ ਤੇ ਘੱਟੋ ਘੱਟ ਸਮਰਥਨ ਮੁੱਲ ਦੇ ਐਲਾਨ ਤੋਂ ਬਾਅਦ ਮੌਜੂਦਾ ਸੀਜ਼ਨ 2022-23 ਦੇ ਵਿੱਚ 4 ਲੱਖ ਕੁਇੰਟਲ ਮੂੰਗੀ ਦੀ ਆਮਦ ਹੋਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਇਸ ਸਾਲ ਮਾਰਕਫੈਡ ਦੇ ਵੱਲੋਂ ਪਹਿਲੀ ਵਾਰ 7275 ਰੁਪਏ ਭਾਵ 7200 ਤੇ 75 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਉੱਤੇ ਮੂੰਗੀ ਦੀ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਇਹ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਬਹੁਤ ਸਾਰੇ ਕਿਸਾਨਾਂ ਦਾ MSP ਤੋਂ ਘੱਟ ਉਹਨਾਂ ਦੀ ਜਿਣਸ ਉਹਨਾਂ ਦੀ ਮੂੰਗੀ ਖਰੀਦੀ ਗਈ ਹੈ ਤੇ ਉਹਨਾਂ ਨੂੰ ਨੁਕਸਾਨ ਹੋਇਆ ਤੇ ਜਿਸ ਕਰਕੇ ਫਸਲ ਦੇ ਨੁਕਸਾਨ ਦੇ ਲਈ ਜਿਨ੍ਹਾਂ ਦੀ ਮੂੰਗੀ MSP ਤੋਂ ਘੱਟ ਖਰੀਦੀ ਗਈ ਹੈ, ਜਿਹੜੇ ਕਿਸਾਨ ਆਪਣੀ ਮੂੰਗੀ MSP ਤੇ ਭਾਵ ਘੱਟੋ ਘੱਟ ਸਮਰਥਨ ਮੁੱਲ ਤੇ ਵੇਚ ਨਹੀਂ ਸਕੇ, ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ। ਇਸ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਰਕਮ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ MSP ਤੇ ਜਿਹੜੀ ਮੂੰਗੀ ਖਰੀਦੀ ਗਈ ਉਹਨਾਂ ਨੂੰ ਇਹ ਵਾਧੂ ਰਕਮ ਨਹੀਂ ਮਿਲਣੀ, ਕਿਤੇ ਉਹ ਨਾ ਕਹਿਣ ਕਿ ਸਾਨੂੰ ਵੀ 1000 ਰੁਪਈਆ ਮਿਲੂਗਾ। ਉਹ ਕਹਿੰਦੇ ਮੰਨ ਲਓ ਕਿਸੇ ਦੀ 7000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੂੰਗੀ ਕਿਸੇ ਨੇ ਖਰੀਦ ਲਈ ਹੈ ਤਾਂ ਉਹਨੂੰ 275 ਰੁਪਏ ਜਿੰਨੀ ਉਹਨਾਂ ਨੇ ਮੂੰਗੀ ਵੇਚੀ ਹੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਣਗੇ। ਤੇ ਜੇਕਰ ਕਿਸੇ ਦੀ 6500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਣਸ ਵਿਕ ਗਈ ਤਾਂ ਉਹਨੂੰ 775 ਰੁਪਏ, ਤੇ ਜੇਕਰ ਕਿਸੇ ਨੇ 6000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੀ ਵੇਚ ਦਿੱਤੀ ਤਾਂ ਵੱਧ ਤੋਂ ਵੱਧ ਮੈਂ ਦੱਸ ਦਿਆਂ ਕਿ 1000 ਰੁਪਇਆ ਤਾਂ ਉਹਨਾਂ ਨੂੰ 1000 ਰੁਪਇਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਹ ਰਕਮ ਮਿਲੇਗੀ। ਕਿਸਾਨਾਂ ਨੂੰ ਫਸਲ ਵੇਚਣ ਲਈ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਖਰਾਬ ਹੋਈ ਮੂੰਗੀ ਦੀ ਫਸਲ ਦੀ ਖਰੀਦ ਲਈ ਮੌਜੂਦਾ ਮਾਪਦੰਡਾਂ ਵਿੱਚ ਢਿੱਲ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਉਹਨਾਂ ਕਿਹਾ ਕਿ ਕੱਚੀ, ਸੁੰਗੜੀ ਜਾਂ ਅਣਪੱਕੀ ਮੂੰਗੀ ਦੀ ਖਰੀਦ ਨੂੰ ਮਨਜ਼ੂਰੀ ਸੰਬੰਧੀ ਮਾਪਦੰਡਾਂ ਨੂੰ ਵੱਧ ਤੋਂ ਵੱਧ ਹੱਦ 3 ਤੋਂ 8% ਕਰ ਦਿੱਤੀ ਗਈ ਹੈ। ਖਰਾਬ ਹੋਈ ਮੂੰਗੀ ਲਈ 3 ਤੋਂ 6% ਅਤੇ ਮਾਮੂਲੀ ਨੁਕਸਾਨੀ ਮੂੰਗੀ ਲਈ 4 ਤੋਂ 7% ਕਰ ਦਿੱਤੀ ਗਈ ਹੈ। ਉਹਨਾਂ ਉਮੀਦ ਪ੍ਰਗਟਾਈ ਹੈ ਕਿ ਇਹ ਪਹਿਲ ਕਦਮੀਆਂ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੂੰ, ਲੋੜਵੰਦਾਂ ਨੂੰ ਸਹਾਇਤਾ ਜ਼ਰੂਰ ਪ੍ਰਦਾਨ ਕਰਨਗੀਆਂ, ਜਿਨ੍ਹਾਂ ਕੌਮੀ ਅੰਨ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾ ਕੇ ਮੁਲਕ ਨੂੰ ਅਨਾਜ ਉਤਪਾਦਨ ਦੇ ਵਿੱਚ ਆਤਮ ਨਿਰਭਰ ਬਣਾਇਆ। ਉਹਨਾਂ ਕਿਹਾ ਕਿ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣਾ ਇਸ ਵਕਤ ਸਮੇਂ ਦੀ ਲੋੜ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਜਿੱਥੇ ਇਹ ਫੈਸਲਾ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰੂਗਾ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪੰਜਾਬ ਦੇ ਕੀਮਤੀ ਪਾਣੀ ਨੂੰ ਬਚਾਉਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਬੀਤੇ ਦਿਨ ਤੋਂ ਵਿਰੋਧੀ ਧਿਰਾਂ ਇਹ ਸਵਾਲ ਚੁੱਕ ਰਹੀਆਂ ਸਨ। ਮੈਨੂੰ ਲੱਗਦਾ ਕਿ ਉਹਨਾਂ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਮਾਨ ਹੋਰਾਂ ਨੇ ਇਹ ਐਲਾਨ ਕਰਕੇ ਦੇ ਦਿੱਤਾ ਹੈ। ਪਰ ਆਹ ਜਿਹੜੀ ਖਬਰ ਹੈ ਇਹ ਸੱਚਮੁੱਚ ਅਤਿ ਮੰਦਭਾਗੀ ਖਬਰ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਪਹਿਲਾਂ ਵੀ ਬਹੁਤ ਵਾਰ ਦਿੱਤੀਆਂ ਨੇ। ਲੱਗਦਾ ਹੁੰਦਾ ਕਿ ਇਹ ਖਬਰ ਆਖਰੀ ਹੋਵੇਗੀ, ਪਰ ਸਾਨੂੰ ਹਥਿਆਰਾਂ ਵਾਲੇ ਗੀਤ ਚੰਗੇ ਲੱਗਦੇ ਆ। ਸਾਨੂੰ ਕਿਸੇ ਦੀ ਜਾਗੋ 'ਚ ਕਿਸੇ ਦੇ ਵਿਆਹ ਤੇ ਪਿਸਤੌਲ ਕੱਢ ਕੇ ਭੰਗੜਾ ਪਾਉਣਾ ਚੰਗਾ ਲੱਗਦਾ। ਸਾਨੂੰ ਕਿਸੇ ਦੇ ਘਰ ਜਾ ਕੇ ਦਿਖਾਵੇ ਵਜੋਂ ਡੱਬ 'ਚ ਪਾਇਆ ਹਥਿਆਰ ਉਧਰਲਾ ਪਾਸਾ ਪੱਲਾ ਚੱਕ ਕੇ ਦਿਖਾਉਣਾ ਚੰਗਾ ਲੱਗਦਾ, ਪਰ ਬੜੀਆਂ ਜਾਨਾਂ ਲੈ ਲਈਆਂ ਨੇ। ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੱਟੀ ਸ਼ਹਿਰ ਦੇ ਨੇੜਲੇ ਪਿੰਡ ਚੂਸਲੇਵੜ ਦੇ ਵਿੱਚ ਇੱਕ ਡੀਜੇ ਚੱਲ ਰਿਹਾ ਸੀ, ਉੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਪਿੰਡ ਚੂਸਲੇਵੜ ਦੇ ਸਾਬਕਾ ਸਰਪੰਚ ਰਸਾਲ ਸਿੰਘ ਦੇ ਘਰ ਹੋਏ ਪੋਤਰੇ ਦੀ ਪਾਰਟੀ ਸੀ, ਡੀਜੇ ਚੱਲ ਰਿਹਾ ਸੀ। ਇੱਕ ਵਿਅਕਤੀ ਨੇ ਉੱਥੇ ਗੋਲੀ ਚਲਾਈ, ਇੱਕ ਨੌਜਵਾਨ ਦੇ ਸਿੱਧੀ ਸਿਰ ਵਿੱਚ ਜਾ ਕੇ ਲੱਗੀ। ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਇਆ। ਨੌਜਵਾਨ ਨੂੰ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ, ਹਾਲਤ ਗੰਭੀਰ ਸੀ। ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਉਹਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਵੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੂਸਲੇਵੜ ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨ ਆਪਣੇ ਪਿੱਛੇ ਇੱਕ ਬੇਟਾ ਅਤੇ 2 ਧੀਆਂ ਅਤੇ ਬਾਕੀ ਪਰਿਵਾਰ ਛੱਡ ਗਿਆ ਹੈ। ਕਿ ਹੁਣ ਸਾਨੂੰ ਸਮਝ ਆਊਗੀ ਕਿ ਹਥਿਆਰ ਕਿੰਨੇ ਕੁ ਚਲਾਉਣੇ ਜਾਇਜ਼ ਨੇ, ਕਿ ਪਾਰਟੀ ਹਥਿਆਰਾਂ ਨਾਲ ਵੱਡੀ ਹੁੰਦੀ ਹੈ, ਕਿ ਅਸੀਂ ਕੰਧਾਂ ਦੇ ਉੱਤੇ ਲਿਖਿਆ ਕਿ ਇੱਥੇ ਹਥਿਆਰ ਚਲਾਉਣਾ ਜਾਇਜ਼ ਨਹੀਂ, ਨਜਾਇਜ਼ ਹੈ, ਉੱਥੇ ਉਸ ਤਰ੍ਹਾਂ ਦੇ ਗੀਤ ਅਸੀਂ ਲਾ ਕੇ ਭੰਗੜਾ ਪਾਉਂਦੇ ਹਾਂ ਕਿ ਜਿੱਥੇ ਪਾਬੰਦੀ ਆ ਉੱਥੇ ਤਾਂ ਚਲਾਵਾਂਗੇ। ਬਹੁਤ ਮੌਤਾਂ ਹੋ ਗਈਆਂ ਨੇ। ਅਕਲ ਨੂੰ ਹੱਥ ਮਾਰੀਏ ਕਿ ਖੁਸ਼ੀ ਭੰਗੜਾ ਪਾ ਕੇ ਕੀਤੀ ਜਾ ਸਕਦੀ ਹੈ, ਹਥਿਆਰ ਚਲਾ ਕੇ ਨਹੀਂ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।